ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 6 ਜਨਵਰੀ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਇਹ ਹੈ ਕਿ ਜੱਜਾਂ ਵਿਚਾਰਿਆਂ ਨੂੰ ਵੀ ਨਹੀਂ ਪਤਾ ਕਿ ਉਹਨਾਂ ਨੇ ਫੈਸਲਾ ਕਿਹੜਾ ਦੇਣਾ ਹੈ। ਇਹ ਤਾਂ ਚਲੋ ਨਹੀਂ ਸੀ ਪਤਾ, ਪਰ ਦੇਣਾ ਕਿੱਦਣ ਹੈ ਇਹ ਵੀ ਨਹੀਂ ਪਤਾ। ਤੁਹਾਨੂੰ ਚੇਤੇ ਹੈ ਕਿ ਤੋਸ਼ਾਖਾਨਾ 2 ਕੇਸ ਦਾ ਫੈਸਲਾ ਜਿਹੜਾ ਹੈ ਉਹ ਮਹਿਫੂਜ਼ ਹੋਇਆ ਸੀ ਅਤੇ 23 ਦਸੰਬਰ ਨੂੰ ਸੁਣਾਉਣਾ ਸੀ। 23 ਦਸੰਬਰ ਨੂੰ ਜਦੋਂ ਜੱਜ ਸਾਹਿਬ ਅਦਾਲਤੇ ਅੱਪੜਨਾ ਸੀ ਅਤੇ ਉਸ ਤੋਂ ਪਹਿਲਾਂ ਹੀ ਚੌਧਰੀ ਸਾਹਿਬ ਨੇ ਉਹਨਾਂ ਨੂੰ ਦੱਸ ਦਿੱਤਾ ਵੀ ਫੈਸਲਾ ਹਜੇ ਨਹੀਂ ਸੁਣਾਉਣਾ, ਕਿਉਂਕਿ ਅਸੀਂ ਉੱਤੇ ਜਿਹੜੀ ਇਸਲਾਮਾਬਾਦ ਹਾਈ ਕੋਰਟ ਹੈ ਉੱਥੇ ਆਪਣੀ ਮਰਜ਼ੀ ਦੇ ਥੋੜ੍ਹੇ ਜਿਹੇ ਜੱਜ ਸ਼ੱਜ ਫਿੱਟ ਕਰਨੇ ਨੇ, ਅਤੇ ਜਿਸ ਵੇਲੇ ਉਹ ਫਿੱਟ ਹੋ ਜਾਣਗੇ ਉਦੋਂ ਤੁਸੀਂ ਫੈਸਲਾ ਸੁਣਾਉਣਾ, ਤਾਂ ਕਿ ਜਦੋਂ ਤੁਸੀਂ ਇਮਰਾਨ ਖਾਨ ਨੂੰ ਇਹਦੇ 'ਚੋਂ ਸਜ਼ਾ ਦਿਓਗੇ ਅਤੇ ਉਹਨਾਂ ਨੇ ਅਪੀਲ ਜਾ ਕੇ ਇਸਲਾਮਾਬਾਦ ਹਾਈ ਕੋਰਟ ਕਰਨੀ ਹੈ, ਅਤੇ ਜੇ ਉੱਥੇ ਜੱਜ ਸਾਡੀ ਮਰਜ਼ੀ ਦੇ ਨਾ ਲੱਗੇ ਹੋਏ ਤਾਂ ਫਿਰ ਫੈਸਲਾ ਜਿਹੜਾ ਉਹ ਸਾਡੀ ਮਰਜ਼ੀ ਦਾ ਨਹੀਂ ਆ ਸਕਣਾ। ਇਸ ਲਈ ਜ਼ਰਾ ਫੈਸਲੇ ਨੂੰ ਹੋਲਡ ਕਰ ਲਓ। ਸਮਝਦੇ ਹੋ ਨਾ? ਤੁਸੀਂ ਜੁੱਤੀ ਸਾਈ ਦੀ ਬਣਦੀ ਤੇ ਸੁਣੀ ਸੀ ਪੰਜਾਬੀ ਦੇ ਵਿੱਚ, ਜਾਂ ਕੱਪੜੇ ਵੀ ਆਪਣੀ ਮਰਜ਼ੀ ਦੇ ਟੇਲਰ ਕੋ ਸਵਾਉਂਦੇ ਸੋ। ਹੁਣ ਸਾਡੇ ਚੌਧਰੀ ਸਾਹਿਬ ਜਿਹੜੇ ਨੇ ਉਹ ਫੈਸਲੇ ਵੀ ਆਪਣੀ ਮਰਜ਼ੀ ਦੇ ਹੀ ਕਰਾਉਂਦੇ ਨੇ। ਇਵੇਂ ਹੀ ਹੈ ਵੀ ਜਿਵੇਂ ਉਹਨਾਂ ਵਾਲ ਕਟਾਉਣੇ ਨੇ ਅਤੇ ਕਟਿੰਗ ਦਾ ਸਟਾਈਲ ਉਹ ਚੂਜ਼ ਕਰਦੇ ਨੇ ਵੀ ਕਿੱਦਣ ਕਰਵਾਉਣੇ ਨੇ, ਕਿਹੜੇ ਪਾਸੇ ਦੇ ਬਹੁਤੇ ਕਟਾਉਣੇ ਨੇ ਅਤੇ ਕਿਹੜੇ ਪਾਸੇ ਦੇ ਘੱਟ ਕਟਾਉਣੇ ਨੇ। ਹਾਲਾਂਕਿ ਚੌਧਰੀ ਸਾਹਿਬ ਨੂੰ ਲੱਗਦਾ ਵੀ ਵਾਲ ਕਟਾਇਆ ਜਿਹੜਾ ਉਹ ਵਜ਼ਨ ਘੱਟ ਜਾਂਦਾ। ਹਾਲਾਂਕਿ ਇੱਕ ਬੜੇ ਬਜ਼ੁਰਗ ਸਹਾਫੀ ਨੇ, ਉਹ ਆਂਦੇ ਨੇ ਵੀ ਕਦੀ ਵਾਲ ਕਟਾਇਆ ਵੀ ਬੰਦੇ ਦਾ ਵਜ਼ਨ ਘਟਿਆ, ਅਤੇ ਇਹ ਨਿੱਕੀ ਗੱਲ ਪਰ ਚੌਧਰੀ ਸਾਹਿਬ ਨੂੰ ਬਹੁਤੀ ਸਮਝ ਆ ਜਾਏਗੀ। ਹੁਣ ਉਹ 23 ਦਸੰਬਰ ਨੂੰ ਤਾਂ ਸੁਣਾਇਆ ਨਹੀਂ ਸੀ ਫੈਸਲਾ, ਉਹ 6 ਜਨਵਰੀ ਨੂੰ ਸੁਣਾਉਣਾ ਸੀ। ਅੱਜ ਜਿਸ ਵੇਲੇ ਵਕੀਲ ਉੱਥੇ ਅੱਪੜੇ ਨੇ ਅਤੇ ਪਤਾ ਲੱਗਾ ਕਿ ਜਨਾਬ ਅੱਜ ਵੀ ਨਹੀਂ ਸੁਣਾਉਣਾ। ਜੱਜ ਸਾਹਿਬ ਨੂੰ ਵਿਚਾਰਿਆਂ ਨੂੰ ਨਹੀਂ ਸੀ ਪਤਾ ਹੁੰਦਾ, ਉਹ ਵੀ ਤਿਆਰੀ ਕਰਕੇ ਆਉਂਦੇ ਨੇ, ਉਹਨਾਂ ਕਿਹੜਾ ਫੈਸਲਾ ਆਪ ਲਿਖਣਾ। ਜਦੋਂ ਉਹਨਾਂ ਅਦਾਲਤ 'ਤੇ ਬਹਿਣਾ ਜਾਂ ਤਾਂ ਉੱਥੇ ਕਰਨਲ ਸਾਹਿਬ ਨੇ ਲਿਫਾਫੇ 'ਚ ਪਾ ਕੇ ਉਹਨਾਂ ਨੂੰ ਫੈਸਲਾ ਦੇ ਦੇਣਾ ਵੀ ਇਹ ਪੜ੍ਹ ਦਿਓ, ਅਤੇ ਉਹਨਾਂ ਵਿਚਾਰਿਆਂ ਪੜ੍ਹ ਦੇਣਾ ਅਤੇ ਸਜ਼ਾ ਸੁਣਾ ਦੇਣੀ ਹੈ, ਅਤੇ ਜਾਂ ਫਿਰ ਕਰਨਲ ਸਾਹਿਬ ਨੇ ਕਹਿਣਾ ਵੀ ਅੱਜ ਨਹੀਂ ਸੁਣਾਉਣਾ, ਅਤੇ ਅੱਜ ਉਹਨਾਂ ਆਖਿਆ ਵੀ ਨਹੀਂ ਸੁਣਾਉਣਾ ਅਤੇ ਉਹ ਘਰ ਚਲੇ ਗਏ। ਲੇਕਿਨ ਇਹਦੇ 'ਚ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੇ ਟਾਊਟ ਨੇ, ਜਿਹੜੇ ਡਿਜੀਟਲ ਨਾਈ ਜਿਹਨਾਂ ਨੂੰ ਅਸੀਂ ਆਖਦੇ ਨੇ, ਉਹਨਾਂ ਨੂੰ ਕਈਆਂ ਦਿਨਾਂ ਦਾ ਪਹਿਲਾਂ ਦਾ ਪਤਾ ਹੈ। ਉਹਨਾਂ 23 ਤਾਰੀਖ ਨੂੰ ਵੀ ਆਖਿਆ ਸੀ ਵੀ ਅੱਜ ਫੈਸਲਾ ਨਹੀਂ ਸੁਣਾਉਣਾ, ਅਤੇ ਹੁਣ ਵੀ ਉਹਨਾਂ ਆਖ ਦਿੱਤਾ ਵੀ ਫੈਸਲਾ ਇਹ ਜਿਹੜਾ ਹੈ ਜੀ ਇਹ 12, 13, 14, 15 ਫਰਵਰੀ ਆਪਣਾ ਜਨਵਰੀ ਨੂੰ ਹੋਏਗਾ ਫੈਸਲਾ ਅਜੇ, ਕਿਉਂਕਿ ਉੱਤੇ ਜਿਹੜੇ ਨੇ ਉਹ ਜੱਜ ਲਾਉਣੇ ਨੇ। ਉਤਲੇ ਪਾਸੇ ਜੱਜ ਲਾਉਣ ਵਾਸਤੇ ਉੱਧਰ ਵੀ ਜਸਟਿਸ ਅਫਰੀਦੀ ਸਾਹਿਬ ਕੋਲ ਉਹਨਾਂ ਨੇ ਆਪਣਾ ਕੰਮ ਕਰ ਲਿਆ ਕਿ ਜਿਹੜਾ ਜੁਡੀਸ਼ੀਅਲ ਕੌਂਸਲ ਦਾ ਇਜਲਾਸ ਹੈ ਉਹਦੇ ਵਿੱਚ ਉਹਨਾਂ ਨੇ, ਜੁਡੀਸ਼ੀਅਲ ਕਮਿਸ਼ਨ ਦਾ ਇਜਲਾਸ ਹੈ ਮਾਜ਼ਰਤ, ਉਹਦੇ ਵਿੱਚ ਉਹਨਾਂ ਨੇ ਜਸਟਿਸ ਜਿਹੜੇ ਆਪਣੇ ਅਫਰੀਦੀ ਸਾਹਿਬ ਨੇ, ਜਿਹੜੇ ਸਾਡੇ ਚੀਫ ਜਸਟਿਸ ਨੇ ਪਾਕਿਸਤਾਨ ਦੇ, ਉਹਨਾਂ ਨੇ ਉਹਦੇ ਵਿੱਚੋਂ ਵੀ ਜਸਟਿਸ ਮੋਹਸਨ ਅਖਤਰ ਕਿਆਨੀ ਸਾਹਿਬ ਨੂੰ ਫਾਰਗ ਕਰ ਦਿੱਤਾ ਹੈ। ਉਹਨਾਂ ਨੂੰ ਕੱਢ ਦਿੱਤਾ ਹੈ, ਵਿੱਚੋਂ ਹਟਾ ਦਿੱਤਾ ਹੈ ਉਸ ਜੁਡੀਸ਼ੀਅਲ ਕਮਿਸ਼ਨ 'ਚੋਂ, ਜਿਨ੍ਹਾਂ ਨੇ ਬਹਿ ਕੇ ਅਤੇ ਫੈਸਲਾ ਕਰਨਾ ਸੀ ਕਿ ਜਿਹੜੇ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਕਿਹਨੂੰ ਜੱਜ ਲਾਣਾ ਹੈ। ਅਤੇ ਨਾ ਜੱਜ ਦਿਲਾਵਰ ਦਾ ਵੀ ਪਾਇਆ ਹੋਇਆ ਅਤੇ ਆਪਣਾ ਜੱਜ ਸ਼ਾਹਰੁਖ ਅਰਜਮਨ ਦਾ ਨਾਮ ਹੀ ਪਾਇਆ। ਇਹ ਦੋਵੇਂ ਉਹੀ ਜੱਜ ਨੇ, ਇੱਜ਼ਤ ਨਿਕਾਹ ਅਤੇ ਦੂਜੇ ਜਿਹੜੇ ਘਟੀਆ ਕੇਸਾਂ ਜਿਨ੍ਹਾਂ ਨੇ ਇਮਰਾਨ ਖਾਨ ਨੂੰ ਸਜ਼ਾਵਾਂ ਦਿੱਤੀਆਂ ਸਨ, ਉਹਨਾਂ ਨੂੰ ਹੁਣ ਹਾਈ ਕੋਰਟ ਦੇ ਜੱਜ ਬਣਾਉਣ ਦਾ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਉਹ ਚੌਧਰੀ ਸਾਹਿਬ ਨੇ ਕੀਤਾ ਹੋਇਆ, ਅਤੇ ਉਹਦੇ ਵਾਸਤੇ ਵੀ ਪੂਰੀ ਦੀ ਪੂਰੀ ਫੀਲਡਿੰਗ ਲਾਈ। ਹੁਣ ਚੱਲਦੇ ਅਗਲੀ ਖਬਰ ਵਾਲੇ ਪਾਸੇ। ਇਹ ਖਬਰ ਤੇ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਸੀ ਉਹ ਰੱਖ ਦਿੱਤੀ ਹੈ। ਯੂਨਾਨ ਦੇ ਸਾਹਿਲ 'ਤੇ ਫਿਰ ਇੱਕ ਨਵੀਂ ਕਸ਼ਤੀ ਉਲਟੀ ਹੈ ਅਤੇ 36 ਪਾਕਿਸਤਾਨੀ ਉਹਦੇ ਵਿੱਚ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਨੇ। ਇਹ ਨੌਜਵਾਨ ਪਾਕਿਸਤਾਨੀ ਜਿਹੜੇ ਨੇ ਇਹ ਗੁਰਬਤ ਤੋਂ ਤੰਗ ਚੰਗੇ ਮੁਸਤਕਬਲ ਵਾਸਤੇ ਆਪਣੀਆਂ ਮਾਵਾਂ ਨੂੰ ਛੱਡ ਕੇ, ਆਪਣੇ ਘਰਾਂ ਨੂੰ ਛੱਡ ਕੇ ਅਤੇ ਜਾਂਦੇ ਨੇ, ਔਰ ਦਿਲ ਦੇ ਵਿੱਚ ਖਾਬ ਹੁੰਦੇ ਨੇ ਔਰ ਸੋਚ ਹੁੰਦੀ ਹੈ ਕਿ ਯੂਰਪ ਜਾਵਾਂਗੇ, ਉੱਥੇ ਸੈੱਟ ਹੋ ਜਾਵਾਂਗੇ, ਉੱਥੇ ਕੋਈ ਮਿਹਨਤ ਮਜ਼ਦੂਰੀ ਕਰਾਂਗੇ ਅਤੇ ਮਿਹਨਤ ਮਜ਼ਦੂਰੀ ਕਰਕੇ ਅਤੇ ਉੱਥੋਂ ਅਸੀਂ ਜਿਹੜਾ ਉਹ ਕੋਈ ਪੈਸੇ ਘੱਲਾਂਗੇ ਘਰ ਵਾਪਸ, ਕੋਈ ਕੋਠਾ ਪੱਕਾ ਕਰ ਲਾਂਗੇ, ਕੋਈ ਭੈਣ ਦਾ ਵਿਆਹ ਕਰ ਲਾਂਗੇ, ਰੋਟੀ ਚੰਗੀ ਖਾਣ ਲੱਗ ਪਾਂਗੇ, ਮਾਂ ਨੂੰ ਕੋਈ ਟੂੰਬਾ ਬਣਾ ਦਿਆਂਗੇ। ਇਹੋ ਜਿਹੇ ਸ਼ੌਕ ਨਹੀਂ ਬਲਕਿ ਸ਼ੌਂਕ ਰੱਖਦੇ ਹੋਏ ਇਹ ਮੁੰਡੇ ਜਿਹੜੇ ਨੇ ਇਹ ਤੁਰ ਪੈਂਦੇ ਨੇ ਸਫ਼ਰਾਂ ਨੂੰ। ਅਤੇ ਤੁਹਾਨੂੰ ਦੱਸਿਆ ਵੀ ਕੁਝ ਮਾਰੇ ਜਾਂਦੇ ਨੇ ਈਰਾਨ ਦਾ ਬਾਰਡਰ ਕ੍ਰਾਸ ਕਰਨ 'ਤੇ, ਕੁਝ ਗਾਂ ਤੁਰਕੀ ਦੇ ਵਿੱਚ ਕੰਟੇਨਰਾਂ 'ਚ ਮਾਰੇ ਜਾਂਦੇ ਨੇ, ਅਤੇ ਕੁਝ ਜੇ ਉੱਥੇ ਤੱਕ ਬਚ ਕੇ ਅੱਪੜ ਹੀ ਜਾਂਦੇ ਨੇ ਅਤੇ ਉਹ ਫਿਰ ਜਿਸ ਵੇਲੇ ਕਸ਼ਤੀਆਂ 'ਚ ਬਹਿੰਦੇ ਨੇ ਅਤੇ ਉਸ ਵੇਲੇ ਕਿਸੇ ਨਾ ਕਿਸੇ ਸਮੁੰਦਰ ਦੀਆਂ ਲਹਿਰਾਂ ਦੇ ਸਪੁਰਦ ਹੋ ਕੇ ਅਤੇ ਉੱਥੇ ਆਪਣੀ ਜਾਨ ਜਿਹੜੀ ਉਹ ਦੇ ਦਿੰਦੇ ਨੇ। ਉੱਥੇ ਸਿਰਫ ਉਹ ਹੀ ਨਹੀਂ ਮਰਦੇ ਵਿਚਾਰੇ, ਉੱਥੇ ਉਹਨਾਂ ਦੇ ਉਹ ਸਾਰੇ ਜਿਹੜੇ ਉਹਨਾਂ ਨੇ ਸੁਪਨੇ ਵੇਖੇ ਹੁੰਦੇ ਨੇ ਉਹ ਵੀ ਮਰਦੇ ਨੇ। ਪਿੱਛੋਂ ਮਾਵਾਂ ਦੇ ਜਿਹੜੇ ਸੁਪਨੇ ਹੁੰਦੇ ਨੇ ਉਹਨਾਂ ਆਪਣੇ ਪੁੱਤਰਾਂ ਦੇ ਨਾਲ, ਉਹ ਵੀ ਮਰਦੇ ਨੇ, ਅਤੇ ਪੂਰੇ ਦੇ ਪੂਰੇ ਘਰ ਉੱਥੇ ਉਜੜ ਜਾਂਦੇ ਨੇ। ਲੇਕਿਨ ਜਦੋਂ ਸਾਡੀ ਹਕੂਮਤ ਇਨਵੈਸਟੀਗੇਸ਼ਨ ਕਰਦੀ ਹੈ ਅਤੇ ਇਹ ਪਤਾ ਲੱਗਦਾ ਹੈ ਕਿ ਇਹ ਜਿਹੜੇ ਨੌਜਵਾਨ ਗਏ ਨੇ ਉੱਥੇ, ਇਹਨਾਂ ਨੂੰ ਘੱਲਣ ਦੇ ਵਿੱਚ FIA ਅਤੇ ਦੂਜੇ ਮਹਿਕਮਿਆਂ ਦੇ ਵਿੱਚੋਂ ਪੂਰਾ ਮਾਫੀਆ ਬੈਠਾ, ਜਿਹੜਾ ਰੁਪਈਏ ਲੈਂਦਾ ਅਤੇ ਇਹਨਾਂ ਨੂੰ ਇੱਥੋਂ ਤੋਰਦਾ ਹੈ। ਪਤਾ ਵੀ ਹੁੰਦਾ ਵੀ ਇਹਨਾਂ ਅੰਨੇ ਰਾਹਾਂ 'ਤੇ ਇਹਨਾਂ ਨੂੰ ਜਿੱਥੇ ਤੋਰ ਰਹੇ ਹੈ, ਇੱਥੇ ਅੱਧਿਆਂ ਤੋਂ ਬਹੁਤਿਆਂ ਦੀ ਜ਼ਿੰਦਗੀ ਜਾਂਦੀ ਰਹਿਣੀ ਹੈ, ਪਰ ਉਹਨਾਂ ਦੀਆਂ ਜ਼ਿੰਦਗੀਆਂ ਦਾ
ਸੌਦਾ ਕੀਤਾ ਜਾਂਦਾ, ਉਹ ਵੀ ਜੋਸ਼ 'ਚ ਹੁੰਦੇ ਨੇ, ਫਸੇ ਵੀ ਹੁੰਦੇ ਨੇ, ਰੁਪਈਏ ਵੀ ਭਰੇ ਹੁੰਦੇ ਨੇ ਏਜੰਟਾਂ ਕੋਲ, ਔਰ ਉਹਨਾਂ ਨੂੰ ਵੀ ਕੋਈ ਸਮਝ ਨਹੀਂ ਹੁੰਦੀ ਵੀ ਹੁਣ ਅਸੀਂ ਕਿਹੜੇ ਪਾਸੇ ਜਾਈਏ। ਉਹਦੀ ਵਜ੍ਹਾ ਹੈ ਕਿ ਸਾਡੇ ਚੌਧਰੀ ਨਿਜ਼ਾਮਦੀਨ ਨੇ ਪਿਛਲੇ 17 ਸਾਲਾਂ 'ਚ ਜਿਵੇਂ ਬਾਰ-ਬਾਰ ਅਸ਼ਰਾਫੀਆ ਦੇ ਨਾਲ ਡੀਲਾਂ ਕੀਤੀਆਂ ਨੇ, ਇਹਨਾਂ ਨੂੰ NRO ਦਿੱਤੇ ਨੇ, ਇਹਨਾਂ ਨੂੰ ਪਹਿਲਾਂ ਪੈਸਾ ਲੁੱਟਣ ਦਿੱਤਾ, ਉਸ ਤੋਂ ਬਾਅਦ ਇਹਨਾਂ ਨਾਲ ਸੌਦੇ ਕੀਤੇ ਨੇ, ਉਸ ਪੈਸੇ 'ਚੋਂ ਆਪਣੇ ਹਿੱਸੇ ਵੀ ਲਏ ਨੇ ਜਾਂ ਆਪਣੇ ਹਿੱਸੇ ਦੇ ਸਾਲ ਲਏ ਨੇ ਕਿ ਆਪ ਵੀ ਇਕਤਦਾਰ ਕਰਨ, ਔਰ ਫਿਰ ਆਪਣੇ ਹਿੱਸੇ ਦੇ ਸਾਲਾਂ 'ਚ ਆਪ ਕਰਪਸ਼ਨ ਕਰਕੇ ਆਪਣੇ ਟੱਬਰਾਂ ਨੂੰ ਰਜਾਇਆ, ਫਿਰ ਇਹਨਾਂ ਨਾਲ ਸੌਦਾ ਕਰਕੇ ਇਹਨਾਂ ਨੂੰ ਇਕਤਦਾਰ ਦੇ ਦਿੱਤਾ, ਫਿਰ ਇਹਨਾਂ ਦੌਰ ਪਾਈਏ, ਫਿਰ ਤੇਰ ਪਾਈਏ, ਇਹ ਟੱਬਰ ਰੱਜਦੇ ਰਹੇ ਨੇ। ਜਿਵੇਂ ਉਹ ਖੂਨ ਪੀ ਕੇ ਮੱਛਰ ਮੋਟੇ ਹੁੰਦੇ ਰਹਿੰਦੇ ਨੇ, ਉਂਝ ਇਹ ਤਮਾਮ ਅਸ਼ਰਾਫੀਆ ਲੋਕਾਂ ਦਾ ਖੂਨ ਪੀ ਕੇ ਮੋਟੀ ਹੁੰਦੀ ਰਹੀ ਹੈ, ਅਤੇ ਮੁਲਕ ਦੇ ਵਿੱਚ ਗਰੀਬ ਤੋਂ ਗਰੀਬ ਤਰ ਹੁੰਦਾ ਗਿਆ। ਉਹਦੇ ਕੋਲ ਜੀਣ ਵਾਸਤੇ, ਬੇਸਿਕ ਜੀ ਕਮਾਈ ਕਮਾਉਣ ਵਾਸਤੇ, ਇੱਜ਼ਤ ਨਾਲ ਜ਼ਿੰਦਗੀ ਗੁਜ਼ਾਰਨ ਵਾਸਤੇ ਜਿਹੜਾ ਉਹ ਮਾਮਲਾਤ ਪਤਲੇ ਹੁੰਦੇ ਗਏ। ਮਟੀਰੀਅਲਿਜ਼ਮ ਇੰਨਾ ਹੋ ਗਿਆ ਕਿ ਆਮ ਤਰੀਕੇ ਨਾਲ ਸ਼ਰੀਫਾਨਾ ਸਫੇਦ ਪੋਸ਼ੀ ਦੀ ਜ਼ਿੰਦਗੀ ਗੁਜ਼ਾਰਨਾ ਵੀ ਇੱਕ ਗਾਲ ਬਣ ਗਿਆ ਪਾਕਿਸਤਾਨ 'ਚ। ਵੱਡੀ ਗੱਡੀ, ਵੱਡਾ ਵਿਆਹ, ਵੱਡਾ ਘਰ, ਉੱਤੇ ਵੱਡੀ ਸਾਰੀ ਟੈਂਕੀ, ਔਰ ਪੂਰੇ ਪਿੰਡ 'ਚ ਪਤਾ ਲੱਗੇ ਵੀ ਇੰਨੇ ਰੁਪਈਏ ਨੇ, ਇਹ ਹੁਣ ਆਮ ਗੱਲਾਂ ਬਣ ਗਈਆਂ ਨੇ, ਆਮ ਸੋਚਾਂ ਬਣ ਗਈਆਂ ਨੇ। ਹਰ ਮੁੰਡਾ ਇਹੀ ਚਾਹੁੰਦਾ ਹੈ, ਕੋਈ ਮੁੰਡਾ ਨਾ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦਾ, ਨਾ ਕੋਈ ਮੁੰਡਾ ਪ੍ਰਾਇਮਰੀ ਸਕੂਲ 'ਚ ਉਸਤਾਦ ਬਣਨਾ ਚਾਹੁੰਦਾ, ਨਾ ਕੋਈ ਸਾਈਕਲ ਚਲਾਉਣਾ ਚਾਹੁੰਦਾ, ਨਾ ਮੋਟਰਸਾਈਕਲ। ਸਾਰਿਆਂ ਨੂੰ ਵੱਡਿਆਂ ਟਾਇਰਾਂ ਵਾਲੀ ਵੱਡੀ ਗੱਡੀ ਚਾਹੀਦੀ ਹੈ, ਅਤੇ ਸਾਰਿਆਂ ਨੂੰ ਗਾਰਡ ਚਾਹੀਦੇ ਨੇ, ਅਤੇ ਪਿੱਛੇ ਚੱਲਦੇ ਵੀਗੋ ਡਾਲੇ ਚਾਹੀਦੇ ਨੇ। ਇਹ ਹੁਣ ਸਾਰਿਆਂ ਦੇ ਖਾਬ ਨੇ। ਪਤਾ ਨਹੀਂ ਇਹ ਕਿਹੜੇ ਪਾਸੇ ਲਾਤਾ ਹੈ, ਕਿਹੜੀ ਮਟੀਰੀਅਲਿਜ਼ਮ ਦੇ ਪਾਸੇ ਲਾਤਾ ਹੈ, ਔਰ ਇਸ ਚੱਕਰ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਬਸ ਭੱਜ ਪੈਂਦੇ ਨੇ ਘਰੋਂ, ਇਹ ਸੋਚਿਓ ਬਗੈਰ ਕਿ ਪਹਿਲਾਂ ਤਾਂ ਉੱਥੇ ਅੰਨੇ ਸਮੁੰਦਰ ਉਹਨਾਂ ਦਾ ਇੰਤਜ਼ਾਰ ਕਰਨ ਡਏ ਨੇ। ਜੇ ਬਚ ਕੇ ਗਾਂਹ ਵੀ ਨਿਕਲ ਗਏ ਤਾਂ ਅੱਗੇ ਕਿਹੜਾ ਕੋਈ ਫੁੱਫੀ ਬੈਠੀ ਏ ਜਿਹਨੇ ਚੋਪੜ ਕੇ ਦੇਣੀਆਂ ਨੇ, ਅੱਗੋਂ ਨਵੀਆਂ ਮੁਸੀਬਤਾਂ ਨੇ, ਫਿਰ ਕਾਗਜ਼ ਨਹੀਂ ਬਣਦੇ 10-10 15-15 ਸਾਲ, ਅਤੇ ਜਵਾਨੀਆਂ ਉੱਥੇ ਹੀ ਰੁਲ ਜਾਂਦੀਆਂ ਨੇ, ਵਾਲ ਚਿੱਟੇ ਆ ਜਾਂਦੇ ਨੇ, ਬੁਰੇ ਹਾਲ। ਉਸ ਤੋਂ ਬਾਅਦ ਜਦੋਂ ਮੁੜ ਕੇ ਵਾਪਸ ਜਾਂਦੇ ਨੇ ਪਿੰਡ, ਤੇ ਨਾ ਮਾਂ ਜਿਉਂਦੀ ਹੁੰਦੀ ਹੈ ਅਤੇ ਨਾ ਪਿਓ, ਅਤੇ ਜੇ ਜਿਉਂਦੇ ਵੀ ਹੋਣ ਤਾਂ ਉਹਨਾਂ ਉਮਰਾਂ 'ਚ ਹੁੰਦੇ ਨੇ ਕਿ ਜੇ ਕੁਝ ਕਮਾ ਕੇ ਲਿਆਏ ਹੋ ਤਾਂ ਨਾ ਉਹਨੂੰ ਖਾ ਪਾਉਂਦੇ ਨੇ, ਅਤੇ ਨਾ ਉਹਨੂੰ ਪਹਿਨ ਪਾਉਂਦੇ ਨੇ, ਅਤੇ ਨਾ ਉਹਨੂੰ ਇੰਜੋਏ ਕਰ ਪਾਉਂਦੇ ਨੇ। ਇਸ ਵਾਸਤੇ ਮੈਂ ਨੌਜਵਾਨਾਂ ਨੂੰ ਇਹ ਆਖਾਂਗਾ ਕਿ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਦੇ ਵਿੱਚ ਇਹਨਾਂ ਚੋਰਾਂ ਨੇ ਬੜਾ ਹਨੇਰਾ ਕਰ ਦਿੱਤਾ ਹੈ, ਲੇਕਿਨ ਬਹਰਹਾਲ ਮੁਲਕ ਛੱਡਣ ਤੋਂ ਪਹਿਲਾਂ ਸੋਚਿਆ ਕਰੋ ਕਿ ਅਗਰ ਤੁਸੀਂ ਤਾਲੀਮ ਵਾਲੇ ਪਾਸੇ ਤਵੱਜੋ ਦਿਓ, ਚਲੋ ਠੀਕ ਹੈ, ਮਾੜੇ ਹਾਲਾਤ ਨੇ, ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਅਗਰ ਤਾਲੀਮ ਹਾਸਲ ਕਰੋ, ਸਰਕਾਰੀ ਸਕੂਲਾਂ, ਸਰਕਾਰੀ ਕਾਲਜਾਂ ਦੇ ਵਿੱਚ ਅੱਜ ਵੀ ਸੌਖੇ, ਮਤਲਬ ਕਿ ਥੋੜ੍ਹੇ ਪੈਸਿਆਂ ਦੇ ਨਾਲ ਤਾਲੀਮ ਲੱਭ ਜਾਂਦੀ ਹੈ। ਅਗਰ ਥੋੜ੍ਹੀ ਬਹੁਤ ਤਾਲੀਮ ਦੇ ਉੱਤੇ ਜ਼ੋਰ ਮਾਰ ਲਓ ਤੇ ਤੁਹਾਨੂੰ ਇਹਨਾਂ ਅੰਨ੍ਹਿਆਂ ਸਮੁੰਦਰਾਂ ਦੀਆਂ ਜਿਹੜੀਆਂ ਅੰਨ੍ਹੀਆਂ ਤੇ ਬੇਰਹਿਮ ਲਹਿਰਾਂ ਨੇ, ਉਹਨਾਂ ਦੇ ਸਪੁਰਦ ਆਪਣੇ ਆਪ ਨੂੰ ਤੇ ਆਪਣੀਆਂ ਮਾਵਾਂ ਦੇ ਹੰਝੂਆਂ ਨੂੰ ਨਹੀਂ ਕਰਨਾ ਪਏਗਾ। ਅਗਲੀ ਖਬਰ ਵਾਲੇ ਪਾਸੇ ਚੱਲਨੇ ਜੀ। ਅਗਲੀ ਖਬਰ ਇਹ ਹੈ ਕਿ ਸਟਾਰ ਲਿੰਕ, ਹਾਂਜੀ, ਸਟਾਰ ਲਿੰਕ ਦਾ ਐਲਾਨ ਕੀਤਾ ਹੈ ਜਿਹੜੇ ਹੈ ਨੇ ਆਪਣੇ ਐਲਾਨ ਮਸਕ ਸਾਹਿਬ, ਕਿ ਉਹਨਾਂ ਆਖਿਆ ਜੀ ਸੈਟਲਾਈਟ ਦਾ ਜਿਹੜਾ ਉਹਨਾਂ ਨੇ ਇੱਕ ਨਵਾਂ ਸਿਸਟਮ ਕੱਢਿਆ ਕਿ ਸੈਟਲਾਈਟ ਇੰਟਰਨੈਟ ਰਹੇਗਾ ਅਤੇ ਥੱਲਿਓਂ ਤੁਸੀਂ ਉਹਨਾਂ ਦਾ ਇਕਵਿਪਮੈਂਟ ਲਾ ਕੇ ਥੱਲਿਓਂ ਹੀ ਇੰਟਰਨੈਟ ਜਿਹੜਾ ਕੈਚ ਕਰ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ ਜੈਜ਼, ਟੈਲੀਨੋਰ ਹੈ ਜਿਹੜੀਆਂ ਕੰਪਨੀਆਂ ਇਹਨਾਂ ਦੀਆਂ ਸਿਮਾਂ ਦੀ ਲੋੜ ਨਹੀਂ ਹੈ, ਉਹਦਾ ਹੀ ਜਿਹੜਾ ਸਿਸਟਮ ਹੋਏਗਾ ਉਹਦੇ ਨਾਲ ਹੀ ਤੁਸੀਂ ਕੁਨੈਕਟ ਕਰੋਗੇ, ਉਹ ਸਿੱਧਾ ਹੀ ਤੁਹਾਨੂੰ ਜਿਹੜਾ ਉਹ ਮੁਆਸਲਾਤੀ ਸਿਆਰੇ ਦੇ ਨਾਲ ਕੁਨੈਕਟ ਕਰ ਦੇਗਾ ਉੱਤੇ, ਅਤੇ ਗਵਰਨਮੈਂਟ ਦਾ ਅਮਲ ਦਖਲ ਬੜਾ ਘੱਟ ਹੋਏਗਾ। ਉਹਨਾਂ ਨੇ NOC ਲੈਣ ਵਾਸਤੇ ਅਪਲਾਈ ਕੀਤਾ, ਅਤੇ ਇਹ ਕਰਨਲ ਸੈਫ ਦਾ ਪੁੱਤਰ ਉਮਰ ਸੈਫ ਜਿਹੜਾ ਪਹਿਲਾਂ ਆਪਣਾ ਚੂਹਾ ਲਾ ਕੇ ਗਿਆ, ਜਿਹਦੀ ਵਜ੍ਹਾ ਤੋਂ ਅੱਜ ਪਾਕਿਸਤਾਨ ਇਸ ਅਜ਼ਾਬ 'ਚ ਹੈ। ਇਹ ਉਸ ਵੇਲੇ ਮਿਨਿਸਟਰ ਸੀ, ਚੇਤੇ ਕਰੋ, ਜਿਸ ਵੇਲੇ ਮਰੀਮ ਸਾਹਿਬਾ ਦਾ ਇਹ ਵੀ ਖਾਸੁਲ ਖਾਸ ਹੈ। ਪਹਿਲਾਂ ਵੀ ਪੰਜਾਬ ਦੇ ਵਿੱਚ ਸ਼ਹਿਬਾਜ਼ ਸ਼ਰੀਫ ਨੇ ਇਹਨੂੰ ਬੜੀ ਅਹਿਮ ਪੋਜੀਸ਼ਨ ਦਿੱਤੀ ਰੱਖੀ। ਲੋਕ ਆਉਂਦੇ ਨੇ ਕਿ ਇਹਨਾਂ ਦੇ ਵਾਲਦ ਕਰਨਲ ਸੈਫ ਸਾਹਿਬ ਇਹਨਾਂ ਦੇ ਬਹੁਤ ਹੀ ਜ਼ਿਆਦਾ ਖਿਦਮਤਗੁਜ਼ਾਰ ਨੇ ਸ਼ਰੀਫ ਖਾਨਦਾਨ ਦੇ, ਉਹਦੀ ਵਜ੍ਹਾ ਤੋਂ ਉਮਰ ਸੈਫ ਸਾਹਿਬ ਨੂੰ ਨਵਾਜ਼ਿਆ ਗਿਆ। ਬਹਰਹਾਲ ਉਮਰ ਸੈਫ ਸਾਹਿਬ ਜਿਹੜੇ ਨੇ ਉਹੀ ਸ਼ਖਸੀਅਤ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਪਾਕਿਸਤਾਨ ਦੇ ਵਿੱਚ ਅੱਜ ਇੰਟਰਨੈਟ ਬੰਦ, ਕਿਉਂਕਿ 1.6 ਅਰਬ ਡਾਲਰ ਦਾ ਨੁਕਸਾਨ ਹੋਇਆ, ਅਤੇ ਪਾਕਿਸਤਾਨ ਉਂਝ ਵੀ ਨੰਬਰ 1 ਕਰਾਰ ਪਾਇਆ ਵਾਸ਼ਿੰਗਟਨ DC ਬੇਸਡ ਬਰੂਕਿੰਗ ਇੰਸਟੀਟਿਊਸ਼ਨ ਵੱਲੋਂ। ਲੇਕਿਨ ਉਹਦੇ 'ਤੇ ਸ਼ਰਮ ਕਰਨ ਦੀ ਬਜਾਏ, ਜਾਂ ਉਮਰ ਸੈਫ ਸਾਹਿਬ ਨੇ ਉਹਦਾ ਜ਼ੁਮਾ ਲੈਣ ਦੀ ਬਜਾਏ ਕਿ ਇਹ ਮੇਰੀ ਕਰਤੂਤ ਦੀ ਵਜ੍ਹਾ ਤੋਂ ਹੋਇਆ, ਨਾਲ ਹੀ ਜਿਸ ਤਰ੍ਹਾਂ ਹੀ ਐਲਾਨ ਮਸਕ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਕੋਲੋਂ NOC ਮੰਗਿਆ ਹੈ, ਅਤੇ ਉਹਨਾਂ ਨਾਲ ਹੀ ਸਕਰੀਨਸ਼ਾਟ ਲਾ ਕੇ ਆਖਿਆ ਕਿ ਮੈਂ ਸੈਟਲਾਈਟ ਇੰਟਰਨੈਟ ਦੀ ਪਾਲਿਸੀ ਬਣਾਈ ਸੀ। ਉਹ ਭਾਈ ਜੀ, ਸੈਟਲਾਈਟ ਉੱਤੇ ਘੱਲਿਆ ਐਲਾਨ ਮਸਕ ਨੇ, ਅਤੇ ਉਹਨਾਂ ਸਿਰਫ ਇੱਕ ਕਾਗਜ਼ ਘੱਲਿਆ ਪਾਕਿਸਤਾਨ ਨੂੰ ਕਿ ਸਾਨੂੰ ਇਜਾਜ਼ਤ ਦਿਓ ਲੋਕੀ ਸਾਡਾ ਇਕਵਿਪਮੈਂਟ ਖਰੀਦਣ ਅਤੇ ਉੱਤੇ ਕੁਨੈਕਟ ਕਰਨ।
ਇਹ ਵਿੱਚ ਤੁਹਾਡਾ ਕੰਮ ਕਿੱਥੋਂ ਆ ਗਿਆ? ਇਹ ਜੀ ਮੈਂ ਪਾਲਿਸੀ ਬਣਾਈ ਸੀ, ਤੁਸੀਂ ਖੰਭਿਆਂ ਨੂੰ ਤਾਰਾਂ ਪਾਈਆਂ, ਜਿਹੜੀਆਂ ਤਾਰਾਂ ਨੇ ਜਾ ਕੇ ਉੱਤੇ ਜੁੜਨਾ ਹੈ ਸੈਟਲਾਈਟ ਦੇ ਨਾਲ ਤੇ ਲੋਕਾਂ ਨੂੰ ਇੰਟਰਨੈਟ ਲੱਭਣਾ। ਮਤਲਬ ਜਿਹੜਾ ਕ੍ਰੈਡਿਟ ਨਹੀਂ ਵੀ ਉਹ ਵੀ ਲੈਣ ਵਾਸਤੇ ਛਾਲ ਮਾਰਤੀ ਹੈ। ਤੇ ਉਹ ਮੈਨੂੰ ਦੱਸੋ ਵੀ ਉਹ ਜੋ ਕੁਝ ਹੋਇਆ ਹੈ, ਜੋ 1.6 ਅਰਬ ਦਾ ਨੁਕਸਾਨ ਹੈ ਤੇ ਪਾਕਿਸਤਾਨ ਨੰਬਰ 1 ਤੇ ਆਇਆ, ਉਹਦਾ ਕ੍ਰੈਡਿਟ ਤੁਹਾਡੇ ਫੁੱਫੜ ਨੂੰ ਦੇਣਾ ਮਾਦਰਤ ਨਾਲ? ਉਹ ਵੀ ਤੁਹਾਡਾ ਹੀ ਹੈ, ਉਹ ਵੀ ਚੁੱਕੋ ਫਿਰ ਜਾਂ ਤੇ। ਇਹੋ ਜਿਹੇ ਬੰਦੇ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਾ ਹੋਵੇ, ਬਾ ਕੋਈ ਕੜਾਈ ਦਾ ਆਰਡਰ ਕਿਸੇ ਨੇ ਦਿੱਤਾ ਹੋਵੇ, ਲਾਗੇ ਖਲੋਤੇ ਹੋਣ ਤੇ ਐਵੇਂ ਵੇਖ ਕੇ ਆਉਂਦੇ ਨੇ ਮੇਰੇ ਨਾਲ 5 ਮਿੰਟਾਂ 'ਚ ਬਣੀ ਜਾਏਗੀ। ਤੇ ਮੇਰਾ ਤੁਹਾਡਾ ਇਹਦੇ 'ਚ ਕੀ ਲੈਣ ਦੇਣਾ? ਕਾਹਦਾ ਕ੍ਰੈਡਿਟ ਤੁਹਾਨੂੰ ਦਈਏ ਕਿ ਐਲਾਨ ਮਸਕ ਨੇ ਸਿਆਰਾ ਚਾੜਿਆ ਉੱਤੇ, ਉਹ ਇੰਟਰਨੈਟ ਦੇ ਰਿਹਾ, ਉਹਨੇ ਐਲਾਨ ਕੀਤਾ, ਉਹ ਪਾਕਿਸਤਾਨ ਕੋ NOC ਮੰਗਣ ਡਿਆ ਹੈ। ਤੇ ਮੈਨੂੰ ਇਹ ਦੱਸੋ ਵੀ ਨਾਡੇ ਖਾਨ ਸਾਹਿਬ ਤੁਹਾਡਾ ਇਹਦੇ 'ਚ ਕੀ ਲੈਣ ਦੇਣ? ਕਾਹਦਾ ਕ੍ਰੈਡਿਟ ਤੁਹਾਨੂੰ ਦਈਏ? ਬਹਰਹਾਲ ਜੀ ਅਗਲੀ ਖਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਕੁਝ ਹੋਇਆ ਹੈ। ਮਰੀਮ ਸਾਹਿਬਾ ਨੇ ਜਿਹੜਾ ਗਰਮ ਜੋਸ਼ ਕਿਸਮ ਦਾ ਮੁਸਾਫਾ ਕੀਤਾ ਔਰ ਉਹ ਇਸ ਵੇਲੇ ਪੂਰਾ ਪਾਕਿਸਤਾਨ ਉਹਦੇ 'ਤੇ ਗੱਲਾਂ ਕਰਨ ਡਿਆ। ਔਰ ਸਾਨੂੰ ਕੋਈ ਇਤਰਾਜ਼ ਨਹੀਂ, ਬੇਨਜ਼ੀਰ ਭੁੱਟੋ ਸਾਹਿਬਾ ਵੀ ਮੁਸਾਫਾ ਕਰਦੀਆਂ ਸਨ, ਹੋਰ ਵੀ ਲੋਕ ਕਰਦੇ ਨੇ। ਹੁਣ ਜ਼ਮਾਨੇ ਦਾ ਅੰਦਾਜ਼ ਹੈ, ਉਹਦੇ ਨਾਲ ਚੱਲਣਾ ਪੈਂਦਾ, ਬਦਲਣਾ ਪੈਂਦਾ ਹੈ। ਲੇਕਿਨ ਇਹ ਜਿਹੜਾ ਮੁਸਾਫਾ ਇਹ ਤਾਂ ਅਸੀਂ ਹੁੰਦਾ ਅਮਰੀਕਾ 'ਚ ਵੀ ਨਹੀਂ ਵੇਖਿਆ। ਇਹਨੂੰ ਹੈਂਡ ਹੱਗ ਕਹਿੰਦੇ ਨੇ, ਇੱਕ ਇਹਦੀ ਟਰਮੀਨੋਲੋਜੀ ਹੈ, ਮੈਂ ਕੱਲ੍ਹ ਟਵੀਟ ਵੀ ਕੀਤਾ ਸੀ। ਅਤੇ ਇਹ ਸਾਨੂੰ ਤਾਂ ਪਤਾ ਨਹੀਂ ਕਿ ਇਹ ਪਾਕਿਸਤਾਨ ਦੇ ਕਲਚਰ ਦੇ ਵਿੱਚ ਵੀ ਇਹ ਨਾਰਮਲ ਹੋ ਗਿਆ, ਇਹਦੀ ਲੋੜ ਸਾਨੂੰ ਸਮਝ ਨਹੀਂ ਹੈ। ਬੇਨਜ਼ੀਰ ਭੁੱਟੋ ਸਾਹਿਬਾ ਅਕਸਰ ਔਕਾਤ ਮੁਸਾਫਾ ਨਹੀਂ ਸੀ ਕਰਦੇ, ਦੂਰੋਂ ਹੀ ਸਲਾਮ ਲੈਂਦੇ ਸਨ, ਜਿੱਥੇ ਲੋੜ ਸੀ ਕਰ ਵੀ ਲੈਂਦੇ ਸਨ। ਇਟ ਇਜ਼ ਫਾਈਨ ਅੱਜ ਕੱਲ੍ਹ ਦੇ ਹਾਲਾਤ ਦੇ ਹਿਸਾਬ ਨਾਲ। ਲੇਕਿਨ ਇਹ ਜਿਹੋ ਜਿਹੇ ਤੁਸੀਂ ਮੁਸਾਫੇ ਕਰਨ ਡਏ ਹੋ, ਚੁੰਨੀ ਤੁਹਾਡੀ ਡਿੱਗੀ ਹੈ, ਉਹ ਮੇਰਾ ਮਤਲਬ ਹੈ ਕਿ ਨਾਰਮਲੀ ਤਾਂ ਤੁਸੀਂ ਬੜੀ ਘੁੱਟ ਕੇ ਮਾਸ਼ਾਅੱਲਾ ਕੋਈ ਨਾ ਕੋਈ ਕਲਿੱਪ ਸ਼ਲਿਪ ਲਾਏ ਹੁੰਦੇ ਹੋਣਗੇ ਜਿਹੜੀ ਨਹੀਂ ਡਿੱਗਦੀ ਹੋਏਗੀ। ਅੱਜ ਤੁਸੀਂ ਉਹ ਕਲਿੱਪ ਵੀ ਕੋਈ ਨਹੀਂ ਲਾਏ, ਚੁੰਨੀ ਤੁਹਾਡੀ ਥੱਲੇ ਡਿੱਗੀ, ਇੱਕ ਹੱਥ ਥੱਲੇ ਇੱਕ ਹੱਥ ਉੱਤੇ ਹੈ। ਅਤੇ ਇਹ ਹੀ ਕੰਮ ਇਹ ਤੁਸੀਂ ਆਖੋਗੇ ਕਿ ਕਿਹੜੀਆਂ ਗੱਲਾਂ 'ਚ ਪੈ ਗਏ ਹੋ? ਇਸ ਤੋਂ ਕਿ ਉਹੀ ਬੀਬੀ ਹੈ ਜਿਹੜੀ ਆਂਦੀ ਸੀ ਕਿ ਨੈਬ ਦੀ ਇਨਵੈਸਟੀਗੇਸ਼ਨ 'ਚ ਮੈਂ ਇਸ ਲਈ ਨਹੀਂ ਜਾਣਾ ਕਿ ਉੱਥੇ ਜਿਹੜੇ ਨੇ ਉਹ ਨਾਮਹਿਰਮ ਬੰਦੇ ਨੇ। ਫਿਰ ਆਂਦੀ ਸੀ ਕਿ ਮੇਰਾ ਬੜੇ ਮਜ਼ਹਬੀ ਘਰਾਣੇ ਨਾਲ ਤਾਲੁਕ ਹੈ। ਸੁਹੇਲ ਵੜਾਇਜ ਸਾਹਿਬ ਵੀ ਇਹੀ ਆਂਦੇ ਸਨ ਵੀ ਇਹਨਾਂ ਦੇ ਘਰ 'ਚ ਤੇ ਕੋਈ ਸ਼ਾਮੋ ਸ਼ਾਮੀ ਘਰ ਨਾ ਆਵੇ ਤੇ ਨਵਾਜ਼ ਸ਼ਰੀਫ ਸਾਹਿਬ ਫੋਨ ਕਰਕੇ ਪੁੱਛਣ ਲੱਗ ਪੈਂਦੇ ਨੇ। ਅਤੇ ਨਾਜ਼ਾਂ ਦੇ ਵਿੱਚ ਪਲੀ ਜਿਹੜੀ ਮਰੀਮ ਹੈ ਇਸ ਮਜ਼ਹਬੀ ਘਰਾਣੇ 'ਚ, ਇਹ ਹੁਣ ਮਰਦਾਂ ਨਾਲ ਕੰਮ ਕਿਸ ਤਰ੍ਹਾਂ ਕਰੇਗੀ? ਇਹ ਸਾਰੀਆਂ ਗੱਲਾਂ ਤੋਂ ਬਾਅਦ ਅਗਲਾ ਤੁਹਾਡੇ ਕੋਲੋਂ ਸਵਾਲ ਇਹ ਹੈ ਕਿ ਜੇ ਇਹ ਹੀ ਕੰਮ ਖੁਦਾ ਨਾ ਖਾਸਤਾ ਇਹੋ ਜਿਹਾ ਮੁਸਾਫਾ ਨਹੀਂ, ਵੈਸੇ ਹੀ ਮੁਸਾਫਾ ਜਿਹੜਾ ਹੈ ਉਹ ਕਿਤੇ ਬੁਸ਼ਰਾ ਬੀਬੀ ਨੇ ਕੀਤਾ ਹੁੰਦਾ ਤੇ ਕੰਮ ਕਿਤੇ ਦਾ ਕਿਤੇ ਲੈ ਜਾਣਾ ਸੀ ਇਸ ਨੂਨ ਲੀਗ ਨੇ। ਹੁਣ ਤੱਕ ਇਹਨਾਂ ਨੇ ਇਹਦੇ ਉੱਤੇ ਬੜੇ ਸਾਰੇ ਫਤਵੇ ਦੇ ਕੱਢਣੇ ਸੀ, ਜਾਂ ਇਮਰਾਨ ਖਾਨ ਸਾਹਿਬ ਨਾਲ ਰਿਲੇਟਡ ਕਿਸੇ ਹੋਰ ਖਾਤੂਨ ਨੇ ਕੰਮ ਕੀਤਾ ਹੁੰਦਾ। ਅਤੇ ਇਹਨਾਂ ਦੇ ਕੰਮ ਵੇਖੋ, ਤੇ ਨਾਲ ਚਾਚਾ ਜੀ ਵੀ ਖਲੋਤੇ ਨੇ, ਉਹਨਾਂ ਦੇ ਵੀ ਵੇਖੋ, ਅਤੇ ਨਾਲ ਉਹ ਜਿਹੜੇ ਮਹਿਮਾਨ ਆਏ ਨੇ ਉਹਨਾਂ ਨੂੰ ਵੀ ਖਾਮਖਾ ਤਕਲੀਫ 'ਚ ਪਾ ਰਹੇ ਨੇ। ਮਤਲਬ ਪੂਰੀ ਦੁਨੀਆ ਉਹਨਾਂ 'ਤੇ ਵੀ ਤਨਕੀਦ ਕਰ ਰਹੀ ਹੈ, ਹਾਲਾਂਕਿ ਉਹਨਾਂ ਦਾ ਇਸ ਸਾਰੀ ਗੱਲ ਦੇ ਵਿੱਚ ਕੀ ਲੈਣ ਦੇਣ ਹੈ। ਅਤੇ ਉਹਨਾਂ ਨੂੰ ਇਹ ਪਤਾ ਨਹੀਂ ਕਿਉਂ ਉਹਨਾਂ ਵਾਸਤੇ ਇਹ ਸਾਰੇ ਦੇ ਸਾਰੇ ਮਾਮਲਾਤ ਜਿਹੜੇ ਨੇ ਖਰਾਬ ਕਰ ਰਹੇ ਨੇ। ਉਹ ਆਪਣੇ ਸ਼ਿਕਾਰ 'ਤੇ ਆਏ ਨੇ, ਆਪਣੇ ਜ਼ਾਤੀ ਇੱਕ ਵਿਜ਼ਿਟ 'ਤੇ ਆਏ ਨੇ, ਕੋਈ ਸਰਕਾਰੀ ਵਿਜ਼ਿਟ 'ਤੇ ਆਏ ਨਹੀਂ। ਉਹਨਾਂ ਨੂੰ ਆਪਣਾ ਸ਼ਿਕਾਰ ਕਰਨ ਦਿਓ, ਪੂਰਾ ਟੱਬਰ ਉੱਥੇ ਅੱਪੜ ਗਿਆ ਸਿਰਫ ਕਿ ਤਸਵੀਰਾਂ ਬਣ ਜਾਣ ਅਤੇ ਸਾਡੀ ਵਾਹ ਬਣ ਜਾਏ ਵੀ ਸਾਡੇ ਬੜੇ ਤਾਲੁਕਾਤ ਨੇ। ਅਤੇ ਇਹ ਗਾਂਹ ਦੇ ਗਾਂਹ ਹੀ ਨਿਕਲ ਗਏ ਨੇ। ਬਹਰਹਾਲ ਇਹਨਾਂ ਨੂੰ ਜਿਹੜੀ ਕੋਈ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਇੰਨੇ ਗਾਂਹ ਕਿਉਂ ਨਿਕਲ ਗਏ ਨੇ। ਅੱਛਾ ਜੀ, ਅੱਗੋਂ ਪੀਪਲਸ ਪਾਰਟੀ ਨੇ ਧਮਕੀ ਲਾਈ ਹੈ। ਉਹਨਾਂ ਕਿਹਾ ਜੀ ਕਿ ਅਸੀਂ ਜਿਹੜਾ ਹੈ ਨਾ ਉਹ ਹਕੂਮਤ ਛੱਡ ਕੇ ਪਾਸੇ 'ਤੇ ਹੋ ਜਾਣਾ, ਅਤੇ ਸਾਨੂੰ ਜਿਹੜਾ ਹੈ ਨਾ ਜਿੱਦਣ ਅਸੀਂ ਹਕੂਮਤ ਛੱਡ ਦਿੱਤੀ ਅਤੇ ਹਕੂਮਤ ਡਿੱਗ ਪੈਣੀ, ਹਕੂਮਤ ਚੱਲਣੀ ਕੋਈ ਨਹੀਂ। ਉਹਨਾਂ ਕਿਹਾ ਸਾਡੀ ਵਜ੍ਹਾ ਤੋਂ ਚੱਲ ਰਹੀ ਹਕੂਮਤ ਜਿਹੜੀ ਚੱਲ ਰਹੀ, ਅਸੀਂ ਹਕੂਮਤ ਨੂੰ ਛੱਡ ਕੇ ਪਾਸੇ 'ਤੇ ਹੋਏ ਅਤੇ ਕੰਮ ਖਤਮ ਹੋ ਜਾਣਾ, ਇਹ ਪੀਪਲਸ ਪਾਰਟੀ ਨੇ ਆਖਿਆ। ਅੱਛਾ, ਸਮਝ ਤੋਂ ਬਾਹਰ ਹੈ ਕਿ ਪੀਪਲਸ ਪਾਰਟੀ ਜਿਹੜੀ ਹੈ ਉਹ ਵਿਚਾਰੀ ਨੂੰ ਪਤਾ ਵੀ ਹੈ ਕਿ ਉਹਨਾਂ ਨੇ ਕਿਹੜਾ ਆਪਣੀ ਮਰਜ਼ੀ ਨਾਲ ਇਸ ਹਕੂਮਤ ਨੂੰ ਜੁਆਇਨ ਕੀਤਾ ਹੈ। ਚੌਧਰੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਹਕੂਮਤ 'ਚ ਰਹਿਣਾ ਅਤੇ ਉਹ ਹਕੂਮਤ 'ਚ ਨੇ। ਚੌਧਰੀ ਜਿੱਦਣ ਆਖੇਗਾ ਵੀ ਛੱਡ ਦਿਓ ਤਾਂ ਛੱਡ ਦੇਣਗੇ। ਮੈਨੂੰ ਸਮਝ ਨਹੀਂ ਆਉਂਦੀ ਬੜਕਾਂ ਕਿਉਂ ਮਾਰਦੇ ਨੇ ਜਦੋਂ ਸਾਰਿਆਂ ਨੂੰ ਪਤਾ। ਮਤਲਬ ਤੁਸੀਂ ਸਮਝਦੇ ਹੋ ਵੀ ਆਵਾਮ ਬੇਵਕੂਫ ਹੈ। ਜਦੋਂ ਆਵਾਮ ਨੂੰ ਪਤਾ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਇਸ ਹਕੂਮਤ 'ਚ ਤਾਂ ਨਹੀਂ ਬੈਠੇ, ਚੌਧਰੀ ਦੇ ਕਹਿਣ 'ਤੇ ਬੈਠੇ ਹੋ, ਅਤੇ ਜਿੱਦਣ ਚੌਧਰੀ ਕਹੇਗਾ ਉਦੋਂ ਤੁਸੀਂ ਛੱਡ ਸਕੋਗੇ, ਜਦੋਂ ਤੱਕ ਉਹ ਨਹੀਂ ਕਹਿੰਦਾ ਉਦੋਂ ਤੱਕ ਤੁਸੀਂ ਬੈਠੇ ਰਹੋ। ਬਸ ਸਮਝ ਨਹੀਂ ਆਉਂਦੀ ਕਿ ਇਹ ਆਪ ਬੇਵਕੂਫ ਨੇ ਜਾਂ ਲੋਕਾਂ ਨੂੰ ਬੇਵਕੂਫ ਸਮਝਦੇ ਨੇ। ਲੇਕਿਨ ਬਹਰਹਾਲ ਕੋਈ ਨਾ ਕੋਈ ਕੰਮ ਇਹੋ ਜਿਹਾ ਜਿਹੜਾ ਉਹ ਕਰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਇਸ ਵੇਲੇ ਜਿਹੜੀ ਵੀ ਸਿਚੁਏਸ਼ਨ ਬਣੀ ਹੈ ਉਹਦੇ ਵਿੱਚ ਨੂਨ ਲੀਗ ਨੇ ਆਪਣੇ ਜਿਹੜੇ ਸਾਫੀ ਨੇ, ਟਾਊਟ ਸਾਫੀ ਮੈਂ ਆਖਾਂਗਾ, ਉਹਨਾਂ ਨੂੰ ਛੱਡ ਦਿੱਤਾ ਹੈ। ਅਤੇ ਹੁਣ ਸਿਰਫ ਬਾਜੀ ਇਹੋ ਜਿਹੇ ਮੁਸਾਫੇ ਨਹੀਂ ਕਰਦੀ, ਬਲਕਿ ਜਿਹੜੀਆਂ ਦੂਜੀਆਂ ਖਵਾਤੀਨ ਨੇ ਉਹ ਵੀ ਇਹੋ ਜਿਹੇ ਲਫ਼ਜ਼ ਇਸਤੇਮਾਲ ਕਰਦੀਆਂ ਨੇ ਕਿ ਅਗਰ ਉਹਨਾਂ ਨੂੰ ਉਹਨਾਂ ਲਫ਼ਜ਼ਾਂ 'ਚ ਜਵਾਬ ਦਿਓ ਤਾਂ ਬਦਤਮੀਜ਼ੀ ਹੋਣੀ। ਸਾਡੀਆਂ ਭੈਣਾਂ ਨੇ, ਸਾਡੇ ਲਈ ਅਦਬ ਦੀ ਜਗ੍ਹਾ 'ਤੇ ਨੇ। ਹੁਣ ਆਸਮਾ ਸ਼ਰਾਜ਼ੀ ਸਾਹਿਬਾ ਨੇ ਇੱਕ ਨਵੀਂ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਜੀ ਕਪਤਾਨ ਲੇਟ ਚੁੱਕਾ ਹੈ ਕਪਤਾਨ, ਲੰਮੇ ਪੈ ਗਿਆ ਕਪਤਾਨ। ਹੁਣ ਇਹਦੇ ਕਈ ਮਤਲਬ ਨੇ, ਪੰਜਾਬੀ 'ਚ ਇਹਦੇ ਕਈ ਸਾਰੇ ਮਤਲਬ ਨਿਕਲਦੇ ਨੇ। ਹੁਣ ਅਗਰ ਅਸੀਂ ਉਹੋ ਜਿਹੇ ਲਫ਼ਜ਼ਾਂ ਦੇ ਵਿੱਚ ਹੀ ਇਹ ਭੈਣ ਆਪਣੀ ਨੂੰ ਜਵਾਬ ਦਈਏ ਤਾਂ ਫਿਰ ਗੁਸਤਾਖੀ ਹੋ ਜਾਣੀ।
ਵੀ ਭੈਣ ਮੇਰੀਏ ਤੂੰ ਕੀ ਕਰਨਾ ਜੇ ਕਪਤਾਨ ਲੇਟ ਗਿਆ ਜਾਂ ਬਹਿ ਗਿਆ ਜਾਂ ਕੀ ਹੋ ਗਿਆ, ਤੂੰ ਸਿੱਧਾ ਆਪਣਾ ਤਜਜ਼ੀਆ ਕਰ। ਜੇ ਤੂੰ ਇਹ ਤਜਜ਼ੀਆ ਕਰਨਾ ਹੈ ਕਿ ਇਮਰਾਨ ਖਾਨ ਸਾਹਿਬ ਕੋਈ ਡੀਲ ਕਰ ਰਹੇ ਨੇ ਤਾਂ ਤੂੰ ਸਿੱਧਾ ਕਹਿ ਕਿ ਇਮਰਾਨ ਖਾਨ ਡੀਲ ਵਾਸਤੇ ਰਾਜ਼ੀ ਹੋ ਗਿਆ, ਲੇਟ ਗਿਆ ਇੱਕ ਪਾਸੇ। ਤੇ ਤੁਸੀਂ ਮਾਸ਼ਾਅੱਲਾ ਬੜਾ ਇਸਲਾਮੀ ਤਸ਼ੱਖਸ ਆਪਣਾ ਬਣਾਉਂਦੇ ਹੋ, ਜਿਹੜਾ ਤੁਹਾਡਾ ਜ਼ਾਤੀ ਤੁਹਾਡਾ ਇੱਕ ਰਾਈਟ ਹੈ, ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਹਿਜਾਬ ਲੈਂਦੇ ਹੋ ਮਾਸ਼ਾਅੱਲਾ, ਉਹ ਵੀ ਤੁਹਾਡਾ ਜ਼ਾਤੀ ਡਿਸੀਜਨ ਹੈ ਜੋ ਵੀ ਤੁਸੀਂ ਕਰਨਾ ਹੈ। ਲੇਕਿਨ ਦੂਜੇ ਪਾਸੇ ਤੁਸੀਂ ਇਹੋ ਜਿਹੇ ਲਫ਼ਜ਼ ਇਸਤੇਮਾਲ ਕਰਦੇ ਹੋ, ਇਹਦੀ ਸਮਝ ਨਹੀਂ। ਹੁਣ ਵਾਪਸ ਅਗਰ ਤੁਹਾਨੂੰ ਇਹੋ ਜਿਹਾ ਹੀ ਲਫ਼ਜ਼ ਦਾ ਜਵਾਬ ਦਿੱਤਾ ਜਾਏ ਤਾਂ ਫਿਰ ਗੱਲ ਗਾਂ ਦੀ ਗਾਂ ਨਿਕਲ ਜਾਣੀ ਹੈ। ਸਾਡੀ ਸਮਝ ਤੋਂ ਬਾਹਰ ਹੈ ਕਿ ਏਡੀ ਬਰਹਨਾ ਔਰ ਉਰਿਆਨੀ ਕਿਸਮ ਦੇ ਖਿਆਲਾਤ ਤੁਹਾਨੂੰ ਕਿੱਥੋਂ ਆਉਂਦੇ ਨੇ ਤੇ ਕਿਉਂ ਇਹੋ ਜਿਹੇ ਲਫ਼ਜ਼ ਇਸਤੇਮਾਲ ਕਰਦੇ ਹੋ। ਸਿੱਧੀ ਸਿੱਧੀ ਗੱਲ ਕਰੋ ਜਿਹੜੀ ਕਰਨੀ ਹੈ। ਤੇ ਜ਼ਾਹਿਰ ਹੈ ਤੁਹਾਡੇ ਤੇ ਜਿਹੜਾ ਉਹ ਜਿਹੜਾ ਸਾਨੂੰ ਗਿਲਾ ਤੇ ਕੋਈ ਨਹੀਂ, ਉਹਦੀ ਵਜ੍ਹਾ ਹੈ ਕਿ ਸਾਰਿਆਂ ਨੂੰ ਪਤਾ ਹੈ ਵੀ ਤੁਸੀਂ ਸਰਟੀਫਾਈਡ ਟਰਾਊਟ ਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਅਸੀਂ ਰੱਖਣੀ ਹੈ ਜਮਾਤ ਇਸਲਾਮੀ ਵਾਲਿਆਂ ਦੀ, ਉਹਨਾਂ ਦੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਵੀ ਇੱਕ ਮੁਨਾਫਕਤ ਕੀਤੀ ਸੀ, ਉੱਤੇ ਪੂਰਾ ਪਾਕਿਸਤਾਨ ਉਹਨਾਂ ਦੀ ਠੁਕਾਈ ਕਰ ਰਿਹਾ। ਉਹਨਾਂ ਹੁਣ ਨਵਾਂ ਕੰਮ ਸ਼ੁਰੂ ਕੀਤਾ। ਉਹਨਾਂ ਨੇ ਹੁਣ ਫੇਕ ਜਿਹੜੇ ਸਕਰੀਨਸ਼ਾਟ ਨੇ, ਪਹਿਲਾਂ ਡਾਕਟਰ ਆਰਿਫ ਅਲਵੀ ਸਾਹਿਬ ਦਾ ਬਣਾਇਆ ਸੀ, ਹੁਣ ਮੇਰਾ ਬਣਾ ਦਿੱਤਾ। ਉਹਦੇ 'ਚ ਉਹਨਾਂ ਆਖਿਆ ਸੀ ਕਿ ਕਾਸਿਮ ਸੂਰੀ, ਸ਼ਹਿਬਾਜ਼ ਗਿੱਲ, ਇਮਰਾਨ ਰਿਆਜ਼ ਨੇ ਜਿਹੜਾ ਜੀ ਬੜੀਆਂ ਗਲਤ ਗੱਲਾਂ ਕੀਤੀਆਂ ਨੇ ਹਾਫਿਜ਼ ਨਈਮੁਰ ਰਹਿਮਾਨ ਸਾਹਿਬ ਦੇ ਖਿਲਾਫ, ਤੇ ਉਹ ਨਹੀਂ ਸੀ ਹੋਣੀਆਂ ਚਾਹੀਦੀਆਂ। ਇਹ ਝੂਠਾ ਜਾਲੀ ਸਕਰੀਨਸ਼ਾਟ ਆਰਿਫ ਅਲਵੀ ਸਾਹਿਬ ਦਾ ਬਣਾ ਕੇ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਇਹੋ ਜਿਹਾ ਹੀ ਮੇਰਾ ਜਾਲੀ ਸਕਰੀਨਸ਼ਾਟ ਇੱਕ ਬਣਾਇਆ ਜਿਹਦੇ 'ਚ ਮੈਂ ਆਪਣੇ PTI ਦੇ ਵਰਕਰਸ ਨੂੰ ਕਹਿ ਰਿਹਾ ਜੀ ਕਿ ਜੀ ਬੜਾ ਮਾੜਾ ਕੰਮ ਕੀਤਾ। ਇਹ ਹੈਰਾਨੀ ਹੈ ਕਿ ਇਹ ਕਿਹੜੀ ਦੁਨੀਆ 'ਚ ਰਹਿੰਦੇ ਨੇ। ਇਹਨਾਂ ਨੂੰ ਲੱਗਦਾ ਹੈ ਵੀ ਝੂਠੇ ਸਕਰੀਨਸ਼ਾਟ ਬਣਾ ਕੇ ਤੇ ਇਹਨਾਂ ਦੀ ਜਿਹੜੀ ਦੁਰਗਤ ਬਣ ਰਹੀ ਉਹ ਤੋਂ ਇਹ ਬਚ ਜਾਣਗੇ। ਨਾ ਜਨਾਬ, ਆਪਣੀਆਂ ਕਰਤੂਤਾਂ ਬਿਹਤਰ ਕਰੋ, ਆਪਣੇ ਕੰਮ ਬਿਹਤਰ ਕਰੋ। ਸਾਰੀ ਉਮਰ ਤੁਸੀਂ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਦੇ ਹੱਥ ਆਵਾਮ ਦੇ ਜਜ਼ਬਾਤ ਵੇਚਦੇ ਆਏ ਹੋ। ਹੁਣ ਅਗਰ ਕਦੀ ਆਵਾਮ ਵਾਲੇ ਪਾਸੇ ਖਲੋ ਜਾਓਗੇ ਤਾਂ ਆਵਾਮ ਆਪੇ ਤੁਹਾਡੀ ਇੱਜ਼ਤ ਕਰੇਗੀ। ਤੇ ਜਦੋਂ ਤੱਕ ਤੁਸੀਂ ਇਹੋ ਜਿਹੇ ਕੰਮ ਕਰੋਗੇ ਆਵਾਮ ਤੁਹਾਡੀ ਠੁਕਾਈ ਕਰੇਗੀ ਤੇ ਜਾਲੀ ਸਕਰੀਨਸ਼ਾਟਾਂ ਨਾਲ ਕੰਮ ਨਹੀਂ ਬਣਨਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।